ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਵਾਰੀ ਵਿਸਾਖੀ ਦੇ ਜੋੜ ਮੇਲੇ 'ਤੇ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ। ਉੱਥੇ ਇੱਕ ਚੋਰ ਵੀ ਪਹੁੰਚਿਆ ਹੋਇਆ ਸੀ। ਉਸਨੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੈਂ ਮੇਲੇ ਵਿੱਚ 3 ਚੋਰੀਆਂ ਕਰੂੰਗਾ, ਵੱਧ ਨਹੀਂ ਕਰੂੰਗਾ। ਤੁਸੀਂ ਮੇਰੇ 'ਤੇ ਇਹ ਕਿਰਪਾ ਕਰਨੀ ਹੈ ਕਿ ਮੈਂ ਫੜਿਆ ਨਾ ਜਾਵਾਂ। ਬਸ ਫੇਰ ਕੀ ਸੀ, ਇਸ ਚੋਰ ਨੇ ਗੁਰੂ ਜੀ ਦਾ ਧਿਆਨ ਧਰ ਕੇ 3 ਸਿੱਖਾਂ ਦੀਆਂ ਜੇਬਾਂ ਕੱਟ ਲਈਆਂ। ਵਾਰੀ-ਵਾਰੀ ਕਰਕੇ ਉਹ ਤਿੰਨੇ ਸਿੱਖ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਪਹੁੰਚ ਗਏ। ਮੇਲੇ ਵਿੱਚ ਚੋਰ ਬਹੁਤ ਫਿਰ ਰਹੇ ਸਨ। ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ। ਉਧਰ ਚੋਰ ਨੇ ਲਾਲਚਵਸ ਹੋ ਕੇ ਕਿ ਮੈਂ ਕਿਹੜਾ ਫੜੇ ਜਾਣਾ ਹੈ, ਚੌਥੀ ਚੋਰੀ ਵੀ ਕਰ ਲਈ। ਜਦੋਂ ਚੌਥਾ ਸਿੱਖ ਵੀ ਸ਼ਿਕਾਇਤ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਤਾਂ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਆਖਿਆ ਕਿ ਇੱਕ ਆਦਮੀ ਇਸ ਮੇਲੇ ਵਿੱਚ ਘੁੰਮ ਰਿਹਾ ਹੈ, ਜਿਸ ਨੇ ਲਾਲ ਪੱਗ ਬੰਨ੍ਹੀ ਹੋਈ ਹੈ ਤੇ ਹੱਥ ਵਿੱਚ ਉਸਨੇ ਮਾਲਾ ਫੜੀ ਹੋਈ ਹੈ, ਮੱਥੇ 'ਤੇ ਤਿਲਕ ਲਾਇਆ ਹੋਇਆ ਹੈ ਤੇ ਕੰਨੀ ਵਾਲੀ ਧੋਤੀ ਉਸਨੇ ਬੰਨ੍ਹੀ ਹੋਈ ਹੈ ਤੇ ਫਲਾਣੇ ਥਾਂ 'ਤੇ ਉਹ ਖੜਾ ਹੈ, ਉਹਨੂੰ ਮੇਰੇ ਕੋਲ ਫੜ ਕੇ ਲਿਆਓ। ਸਿੰਘ ਗੁਰੂ ਜੀ ਦਾ ਹੁਕਮ ਮੰਨ ਕੇ ਫਟਾਫਟ ਗਏ ਤੇ ਚੋਰ ਨੂੰ ਫੜ ਕੇ ਦਰਬਾਰ ਵਿੱਚ ਹਾਜ਼ਰ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਕਿ ਤੂੰ ਅਰਦਾਸ ਕੀਤੀ ਸੀ 3 ਚੋਰੀਆਂ ਕਰਨ ਦੀ। ਪਹਿਲਾਂ ਤਾਂ ਤੈਨੂੰ ਇਸ ਭੈੜੇ ਕੰਮ ਕਰਨ ਲਈ ਅਰਦਾਸ ਕਰਨ ਲੱਗਿਆ ਸ਼ਰਮ ਹੋਣੀ ਚਾਹੀਦੀ ਸੀ, ਪਰ ਫਿਰ ਵੀ ਅਸੀਂ ਤੇਰੀ ਲਾਜ ਰੱਖ ਲਈ। ਪਰ ਫਿਰ ਤੂੰ ਅਰਦਾਸ ਤੋਂ ਝੂਠਾ ਪੈ ਕੇ ਚੌਥੀ ਚੋਰੀ ਵੀ ਜਦੋਂ ਕੀਤੀ ਤਾਂ ਤੈਨੂੰ ਮੈਂ ਫੜ ਕੇ ਆਪਣੇ ਕੋਲ ਮੰਗਾਇਆ ਹੈ। ਚੋਰ ਨੇ ਸ਼ਰਮਸਾਰ ਹੁੰਦਿਆਂ ਸਾਰਿਆਂ ਦੇ ਚੋਰੀ ਕੀਤੇ ਪੈਸੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਦਿੱਤੇ ਤੇ ਗੁਰੂ ਸਾਹਿਬ ਜੀ ਨੂੰ ਅੰਤਰਜਾਮੀ ਜਾਣ ਕੇ ਅੱਗੇ ਤੋਂ ਚੋਰੀ ਨਾ ਕਰਨ ਦਾ ਗੁਰੂ ਜੀ ਨੂੰ ਬਚਨ ਦਿੱਤਾ। ਸਤਿਗੁਰਾਂ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਉਹ ਇੱਕ ਭਲਾ ਪੁਰਸ਼ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਬਣ ਗਿਆ। ਤੇ ਸਾਧ ਸੰਗਤ ਜੀ, ਹੁਣ ਤੁਸੀਂ ਗੁਰੂ ਦੀ ਲੀਲਾ ਦੇਖੋ ਕਿ ਉਸ ਦੀ ਚੋਰੀ ਦੀ ਕਾਮਨਾ ਵੀ ਪੂਰੀ ਕਰ ਦਿੱਤੀ, ਪਰ ਇਹ ਭੈੜਾ ਕੰਮ ਸਦਾ ਲਈ ਛੁਡਾਉਣ ਵਾਸਤੇ ਉਸ ਦੇ ਮਨ ਅੰਦਰ ਚੌਥੀ ਚੋਰੀ ਕਰਨ ਦਾ ਲਾਲਚ ਵੀ ਜਗਾ ਦਿੱਤਾ ਤੇ ਇਸ ਤਰ੍ਹਾਂ ਉਸ ਦਾ ਜੀਵਨ ਹੀ ਪਲਟ ਗਿਆ। ਇਸ ਪ੍ਰਕਾਰ ਸਤਿਗੁਰੂ ਜੀ ਕਲਪਤਰ ਬ੍ਰਿਛ ਦੀ ਨਿਆਈ ਹਨ ਤੇ ਸਤਿਗੁਰੂ ਜੀ ਇੱਛਾ ਦੀ ਪੂਰਤੀ ਕਰਨ ਵਾਲੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 52 ਉੱਤੇ 5ਵੇਂ ਪਾਤਸ਼ਾਹ ਨੇ ਇੱਕ ਸ਼ਬਦ ਅੰਕਿਤ ਕੀਤਾ ਹੈ, ਜਿਸ ਵਿੱਚ ਇੱਕ ਤੁਕ ਆਉਂਦੀ ਹੈ, ਗੁਰ ਤੀਰਥ ਗੁਰ ਪਾਰਜਾਤ ਗੁਰ ਮਨਸਾ ਪੂਰਨਹਾਰ। ਸਤਿਗੁਰੂ ਜੀ ਤੀਰਥ ਦੀ ਨਿਆਈ ਪਵਿੱਤਰ ਹਨ, ਜੋ ਜਲ ਦੇ ਚੱਲਦੇ ਪ੍ਰਵਾਹ ਵਾਂਗ ਹਨ। ਜਾਂ ਆਪਾਂ ਕਹਿ ਸਕਦੇ ਹਾਂ ਕਿ ਸਤਿਗੁਰੂ ਜੀ ਸਭ ਤੋਂ ਪਵਿੱਤਰ ਵੱਡੇ ਤੀਰਥ ਹਨ। ਗੁਰੂ ਜੀ ਕਲਪ ਬ੍ਰਿਛ ਦੀ ਨਿਆਈ ਹਨ। ਕਲਪ ਬ੍ਰਿਛ ਤਾਂ ਜੜ ਹੈ, ਪਰ ਸਤਿਗੁਰੂ ਜੀ ਚੇਤਨ ਰੂਪ ਹੋ ਕੇ ਹਰ ਥਾਂ ਵਿਆਪਕ ਹਨ। ਗੁਰੂ ਸਾਹਿਬ ਜੀ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਜਿਹੜਾ ਗੁਰੂ ਦੇ ਦਰ 'ਤੇ ਸ਼ਰਧਾ ਨਾਲ ਕੋਈ ਵੀ ਇੱਛਾ ਲੈ ਕੇ ਆਉਂਦਾ ਹੈ, ਸਤਿਗੁਰੂ ਜੀ ਉਸ ਨੂੰ ਪੂਰਾ ਕਰ ਦਿੰਦੇ ਹਨ। ਸਾਧ ਸੰਗਤ ਜੀ, ਇਸ ਪੂਰੇ ਸ਼ਬਦ ਵਿੱਚ ਗੁਰੂ ਜੀ ਫਰਮਾਉਂਦੇ ਹਨ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀਅ ਕਾ ਸਭ ਸਹਿ ਦੇ ਆਧਾਰ। ਗੁਰੂ ਜੀ ਫਰਮਾਉਂਦੇ ਹਨ ਕਿ ਹੇ ਭਾਈ, ਸਾਨੂੰ ਮਨੋਂ ਤੇ ਤਨੋਂ ਪਿਆਰ ਲਾ ਕੇ ਪਰਮੇਸ਼ਰ ਰੂਪ ਗੁਰੂ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਸਤਿਗੁਰੂ ਨਾਨਕ ਦੇਵ ਜੀ ਪਰਮੇਸ਼ਰ ਰੂਪ ਹਨ। ਜੋ ਉਹਨਾਂ ਦਾ ਪੂਜਨ ਕਰਦਾ ਹੈ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ। ਕਿਉਂਕਿ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ, ਇੱਕ ਹੀ ਰੂਪ ਹਨ। ਪਰ ਸਤਿਗੁਰਾਂ ਦੀ ਨਿਮਰਤਾ ਹੈ ਕਿ ਪਰਮੇਸ਼ਰ ਨਾਲ ਅਭੇਤ ਹੁੰਦਿਆਂ ਹੋਇਆਂ, ਜਿਸ ਤਰ੍ਹਾਂ ਕਿ ਗੁਰੂ ਜੀ ਦਾ ਫਰਮਾਨ ਹੈ, ਜੋ ਹਮਕੋ ਪਰਮੇਸ਼ਰ ਉਚਰੇ ਹੈ ਤੇ ਸਭ ਨਰਕ ਕੁੰਭ ਮੈਂ ਪਰੇ ਹੈ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਬਾਣੀ ਦਾ ਫਰਮਾਨ ਹੈ ਕਿ ਗੁਰੂ ਪਰਮੇਸ਼ਰ ਰੂਪ ਹੈ ਤੇ ਆਪ ਨੇ ਐਸੇ ਕਰੜੇ ਬਚਨ ਕੀਤੇ ਹਨ। ਤਾਂ ਹਜ਼ੂਰ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ, ਮੈਂ ਆਪਣੇ ਗੁਰਸਿੱਖਾਂ ਨੂੰ ਨਿਮਰਤਾ ਵਿੱਚ ਪਰਪੱਕ ਕਰਨ ਲਈ ਇਹ ਬਚਨ ਕਹੇ ਹਨ
ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨੀਵਾਂ ਜਾਣੋ। ਵਾਸਤਵ ਵਿੱਚ ਤਾਂ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਸਤਿਗੁਰੂ ਜੀ ਜੀਵਨ ਮੁਕਤੀ ਦੇ ਦਾਤਾ ਹਨ, ਜੋ ਸਾਰਿਆਂ ਨੂੰ ਲੋਕ ਤੇ ਪਰਲੋਕ ਵਿੱਚ ਆਸਰਾ ਦੇਣ ਵਾਲੇ ਹਨ। ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਛਾਰ। ਜਿਹੜਾ ਸਤਿਗੁਰਾਂ ਦੀ ਬਾਣੀ ਰੂਪ ਬਚਨਾਂ ਨੂੰ ਕਮਾਉਣਾ ਹੈ, ਉਹ ਹੀ ਸੱਚਾ ਨਿਰਣਾ ਹੈ, ਅਥਵਾ ਜੋ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਦਾ ਹੈ, ਉਸ ਦੇ ਵਿਚਾਰ ਸੱਚੇ ਹੋ ਜਾਂਦੇ ਹਨ। ਜੋ ਸਤਿਗੁਰਾਂ ਦੇ ਬਚਨਾਂ ਨੂੰ ਕਮਾ ਨਹੀਂ ਸਕਦਾ, ਉਸ ਦਾ ਵਿਚਾਰ ਸੱਚਾ ਨਹੀਂ, ਕੱਚਾ ਹੈ। ਕੱਚਾ ਵਿਚਾਰ ਥਿਰ ਨਹੀਂ ਰਹਿ ਸਕਦਾ। ਪਤਾ ਨਹੀਂ ਉਹ ਵਿਚਾਰ ਕਦੋਂ ਖਿਸਕ ਜਾਣਾ ਹੈ, ਤੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਇਹ ਵਿਚਾਰ ਸੱਚਾ ਹੈ। ਸਾਧ ਸੰਗਤ ਜੀ, ਦਾਸ ਨੇ ਕਈ ਬੰਦੇ ਐਸੇ ਦੇਖੇ ਹਨ ਕਿ ਜੋ ਸਿੱਖੀ ਦੀ ਬਹੁਤ ਗੱਲ ਕਰਦੇ ਹਨ, ਪਰ ਉਹਨਾਂ ਦੇ ਆਪਣੇ ਕੇਸ ਰੱਖੇ ਨਹੀਂ ਹੁੰਦੇ, ਤੇ ਨਾ ਹੀ ਉਹਨਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ। ਜੇ ਉਹਨਾਂ ਨੂੰ ਕਹੀਏ ਕਿ ਕੇਸ ਰੱਖੋ, ਤਾਂ ਉਹ ਅੱਗੋਂ ਕਹਿੰਦੇ ਹਨ ਕਿ ਮਨ ਸਾਫ਼ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਮੇਰੇ ਹਰੇਕ ਸਿੱਖ ਨੇ ਅੰਮ੍ਰਿਤ ਛਕਣਾ ਹੈ, ਸਿੰਘ ਸਜਣਾ ਹੈ, ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਹੈ। ਪਰ ਇਹ ਬਚਨ ਉਹਨਾਂ ਦਾ ਨਹੀਂ ਮੰਨਦੇ, ਕਿਉਂਕਿ ਉਹਨਾਂ ਵਿੱਚ ਹਲੇ ਜਾਂ ਤਾਂ ਹੰਕਾਰ ਹੈ ਜਾਂ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੱਡੇ ਸਮਝਦੇ ਹਨ। ਸੋ ਸਾਧ ਸੰਗਤ ਜੀ, ਜਿਹੜਾ ਗੁਰੂ ਜੀ ਦੇ ਬਚਨਾਂ ਨੂੰ ਮੰਨਦਾ ਹੈ, ਉਹਨਾਂ 'ਤੇ ਹੀ ਗੁਰੂ ਸਾਹਿਬ ਪ੍ਰਸੰਨ ਹੁੰਦੇ ਹਨ, ਤੇ ਉਹਨਾਂ ਨੂੰ ਹੀ ਬਖਸ਼ਿਸ਼ਾਂ ਹੁੰਦੀਆਂ ਹਨ। ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਛਾਰ। ਜੋ ਮਨ ਨੂੰ ਸਾਧਨ ਵਾਲੇ ਸ੍ਰੇਸ਼ਟ ਪੁਰਸ਼ ਹਨ, ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਰੰਗੇ ਹੋਏ ਤੋਂ ਬਿਨਾਂ ਇਹ ਮਾਇਆ ਦਾ ਮੋਹ ਸਵਾਰੂਪ ਹੈ, ਭਾਵ ਝੂਠਾ ਹੈ, ਜੋ ਸਾਰੇ ਜੀਵਾਂ ਨੂੰ ਚਿੰਬੜਿਆ ਹੋਇਆ ਹੈ। ਸਾਧੂਆਂ ਤੇ ਸੰਤਾਂ ਨੂੰ ਤਾਂ ਲੋਕੀ ਬੁਰਾ ਭਲਾ ਕਹਿਣ ਲੱਗੇ ਹਨ, ਪਰ ਜਿਹੜੇ ਸਾਧੂਆਂ ਦੀ ਸੰਗਤ ਤੋਂ ਬਿਨਾਂ ਇਹ ਮਾਇਆ ਦਾ ਮੋਹ ਸਾਰੇ ਜੀਵਾਂ ਨੂੰ ਚੁੰਬੜਿਆ ਹੋਇਆ ਹੈ, ਇਹ ਉਹਨਾਂ ਨੂੰ ਸੁਆਹ ਕਰ ਦਿੰਦਾ ਹੈ। ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ, ਪੂਰਨ ਹੋਵੈ ਕਾਲ। ਹੇ ਮੇਰੇ ਪਿਆਰੇ ਸੱਜਣ, ਪਰਮਾਤਮਾ ਦਾ ਨਾਮ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ। ਉਸ ਦੇ ਨਾਮ ਨੂੰ ਸੰਭਾਲਣਾ ਕਰ। ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਮਿਲਣ ਕਰਕੇ ਮਹਾਰਾਜ ਮਨ ਵਿੱਚ ਵਸ ਜਾਂਦੇ ਹਨ। ਪਰ ਗੁਰਮੁਖਾਂ ਦੀ ਸੰਗਤ ਤਾਂ ਪ੍ਰਾਪਤ ਹੁੰਦੀ ਹੈ ਜੇ ਘਾਲ ਕਮਾਈ ਪੂਰੀ ਹੋਵੇ, ਜਾਂ ਕਹਿ ਲਓ ਗੁਰਮੁਖਾਂ ਦੀ ਸੰਗਤ ਕਰਕੇ ਜੇ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਵੇ ਤਾਂ ਜੀਵ ਦੀ ਕਮਾਈ ਸੰਪੂਰਨ ਹੋ ਜਾਂਦੀ ਹੈ। ਪਰ ਸਾਧੂਆਂ ਦੀ ਸੰਗਤ ਵਿੱਚ ਵੀ ਪਰਮੇਸ਼ਰ ਦੀ ਦਿਆਲਤਾ ਤੋਂ ਬਿਨਾਂ ਨਸੀਬ ਨਹੀਂ ਹੁੰਦੀ। ਗੁਰ ਸਮਰੱਥ ਅਪਾਰ ਗੁਰ, ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ, ਗੁਰ ਜੇਵੜ ਅਵਰ ਨਾ ਕੋਏ। ਸੱਚੇ ਸਤਿਗੁਰੂ ਜੀ ਸਰਬ ਸਮਰੱਥ ਹਨ। 84 ਲੱਖ ਜੂਨਾਂ ਵਿੱਚ ਤਰਸਦੇ ਜੀਵਾਂ ਨੂੰ ਵੀ ਸਤਿਗੁਰੂ ਜੀ ਜੰਮਣ ਮਰਨ ਤੋਂ ਮੁਕਤ ਕਰਨ ਦੇ ਸਮਰੱਥ ਹਨ। ਸਾਰੇ ਪਾਪਾਂ ਨੂੰ ਬਖਸ਼ ਦਿੰਦੇ ਹਨ। ਸਤਿਗੁਰੂ ਜੀ ਸਾਰਿਆਂ ਤੋਂ ਵੱਡੇ ਹਨ। ਇਹਨਾਂ ਜਿੱਡਾ ਵੱਡਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਸਤਿਗੁਰੂ ਜੀ ਕਰਤਾ ਹਨ, ਭਾਵ ਈਸ਼ਵਰ ਰੂਪ ਹੋ ਕੇ ਸੰਸਾਰ ਨੂੰ ਰਚਦੇ ਹਨ, ਤੇ ਫਿਰ ਆਪ ਹੀ ਗੁਰੂ ਜੀ ਇਸ ਦੀ ਪਾਲਣਾ ਕਰਦੇ ਹਨ। ਇਸੇ ਸਮਰੱਥਾ ਦੇ ਮਾਲਕ ਹੋਣ ਕਰਕੇ ਗੁਰੂ ਜੀ ਦੀ ਲੋਕ ਪਰਲੋਕ ਵਿੱਚ ਸ਼ੋਭਾ ਹੋ ਰਹੀ ਹੈ। ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਜੋ ਵੀ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਹੈ, ਇਹ ਸਭ ਗੁਰੂ ਜੀ ਦੇ ਹੁਕਮ ਵਿੱਚ ਹੈ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰੂ ਜੀ ਦੇ ਦਰ 'ਤੇ ਸ਼ਰਧਾ ਨਾਲ ਜਦੋਂ ਕੋਈ ਵੀ ਇੱਛਾ ਲੈ ਕੇ ਜਾਵੇ ਤਾਂ ਸਤਿਗੁਰੂ ਜੀ ਉਸ ਦੀ ਇੱਛਾ ਪੂਰੀ ਕਰ ਦਿੰਦੇ ਹਨ। ਗੁਰ ਦਾਤਾ ਹਰ ਨਾਮ ਦੇ, ਉਧਰੈ ਸਭ ਸੰਸਾਰ, ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ। ਸਤਿਗੁਰੂ ਜੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਦਾਤੇ ਹਨ। ਆਪਣੇ ਪਿਆਰਿਆਂ ਨੂੰ ਹਰੀ ਪਰਮੇਸ਼ਰ ਦਾ ਨਾਮ ਬਖਸ਼ਦੇ ਹਨ। ਗੁਰੂ ਦੀ ਸ਼ਰਨ ਪੈਣ ਕਰਕੇ ਸਾਰੇ ਸੰਸਾਰ ਦਾ ਉਧਾਰ ਹੁੰਦਾ ਹੈ। ਗੁਰੂ ਜੀ ਸਰਬ ਕਲਾ ਸਮਰੱਥ ਹਨ ਤੇ ਸਾਰਿਆਂ ਤੋਂ ਉੱਚੇ ਹਨ। ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੈ ਕਥਨਹਾਰ। ਜਿਤੜੇ ਫਲ ਮਨ ਬਾਂਛੀਐ ਹੈ, ਤਿਤੜੇ ਸਤਿਗੁਰ ਪਾਸ। ਸਤਿਗੁਰੂ ਜੀ ਦੀ ਵਡਿਆਈ ਵੀ ਮਨ ਬਾਣੀ ਦੀ ਗੰਭਤਾ ਤੋਂ ਪਰੇ ਹੈ।
ਕੋਈ ਕਥਨ ਕਰਨ ਵਾਲਾ ਸਤਿਗੁਰਾਂ ਦੀ ਮਹਿਮਾ ਨੂੰ ਕਥਨ ਨਹੀਂ ਕਰ ਸਕਦਾ। ਸਾਰਿਆਂ ਨੂੰ ਬੇਅੰਤ ਕਹਿ ਕੇ ਹੀ ਸੀਸ ਹੀ ਝੁਕਾਉਣਾ ਪੈਂਦਾ ਹੈ। ਜਿੰਨੇ ਵੀ ਧਰਮ, ਅਰਥ, ਕਾਮ, ਮੋਖ ਆਦਿ ਫਲ ਹਨ, ਇਹ ਸਤਿਗੁਰਾਂ ਜੀ ਦੇ ਪਾਸੋਂ ਪ੍ਰਾਪਤ ਹੁੰਦੇ ਹਨ। ਸਤਿਗੁਰੂ ਜੀ ਸਭ ਪਦਾਰਥਾਂ ਦੇ ਦਾਤੇ ਹਨ, ਪਰ ਪੂਰਬਲੇ ਨਿਸ਼ਕਾਮ ਕਰਮਾਂ ਦੇ ਲੇਖ ਮੱਥੇ 'ਤੇ ਲਿਖਣ ਹੋਣ ਕਰਕੇ ਹੀ ਸਤਿਗੁਰੂ ਜੀ ਪ੍ਰਾਪਤ ਹੁੰਦੇ ਹਨ। ਜਿਸ ਗੁਰੂ ਦੇ ਸਿੱਖ ਕੋਲ ਪੂਰੀ ਸ਼ਰਧਾ ਹੁੰਦੀ ਹੈ, ਉਸ ਨੂੰ ਹੀ ਗੁਰੂ ਜੀ ਸੱਚੇ ਨਾਮ ਦੀ ਦਾਤ ਬਖਸ਼ਦੇ ਹਨ। ਸਤਿਗੁਰ ਸਰਣੀ ਆਇਆ, ਬਾਹੁੜ ਨਹੀਂ ਬਿਨਾਸ਼, ਹਰ ਨਾਨਕ ਕਦੇ ਨਾ ਵਿਸਰੋ, ਇਹ ਜੀਓ ਪਿੰਡ ਤੇਰਾ ਸਾਸ। ਜੋ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦੇ ਹਨ, ਉਹਨਾਂ ਦਾ ਇਸ ਦੁਨੀਆ ਵਿੱਚ ਮੁੜ ਕੇ ਆਉਣਾ ਜਾਣਾ ਖਤਮ ਹੋ ਜਾਂਦਾ ਹੈ ਤੇ ਉਹ ਅਬਿਨਾਸ਼ੀ ਦਾ ਰੂਪ ਹੋ ਜਾਂਦੇ ਹਨ। ਇਸ ਸ਼ਬਦ ਦੇ ਅੰਤ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਅੱਗੇ ਇਉਂ ਬੇਨਤੀ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ,